ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਾਂਗੇ ਸੋਸ਼ਲ ਰਿਲੀਜੀਅਸ ਮੂਵਮੈਂਟ ਦੀ ਸੀਰੀਜ਼ ਦੇ ਵਿੱਚ ਸਮਾਜਿਕ ਧਾਰਮਿਕ ਸੁਧਾਰਾਂ ਦੀ ਜੋ ਸੀਰੀਜ਼ ਇਹ ਆਪਾਂ ਚਲਾਈ ਹੈ, ਇਸ ਦੇ ਵਿੱਚ ਆਪਾਂ ਅੱਜ ਟੌਪਿਕ ਕਰਨਾ ਹੈ ਬ੍ਰਹਮੋ ਸਮਾਜ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਬ੍ਰਹਮੋ ਸਮਾਜ। ਰਾਜਾ ਰਾਮ ਮੋਹਨ ਰਾਏ ਦੁਆਰਾ ਇਸ ਨੂੰ ਜੋ ਬਣਾਇਆ ਗਿਆ ਸੀਗਾ 1828 ਦੇ ਵਿੱਚ। ਤੋਂ ਇਸ ਨੂੰ ਅੱਜ ਆਪਾਂ ਜਿਹੜਾ ਹੈਗਾ ਉਹ ਪੂਰਾ ਡਿਸਕਸ ਕਰਨਾ ਹੈ ਔਰ ਇਹ ਪੂਰੀ ਦੀ ਪੂਰੀ ਇੱਕ ਸੀਰੀਜ਼ ਹੈ ਸੋਸ਼ਲ ਰਿਲੀਜੀਅਸ ਮੂਵਮੈਂਟ ਦੀ। ਤੋਂ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ। ਦੇਖੋ, ਬ੍ਰਹਮੋ ਸਮਾਜ ਦੀ ਗੱਲ ਕਰੀਏ ਤਾਂ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਸੀ ਰਾਜਾ ਰਾਮ ਮੋਹਨ ਰਾਏ ਨੇ। ਰਾਜਾ ਰਾਮ ਮੋਹਨ ਰਾਏ ਨੂੰ ਹੀ ਆਧੁਨਿਕ ਭਾਰਤ ਦਾ ਪਿਤਾ ਕਿਹਾ ਜਾਂਦਾ ਹੈ ਔਰ ਰਾਜਾ ਰਾਮ ਮੋਹਨ ਰਾਏ ਨੂੰ ਹੀ ਨਵ ਜਾਗਰਣ ਦਾ ਅਗਰਦੂਤ ਵੀ ਕਿਹਾ ਜਾਂਦਾ ਹੈ ਔਰ ਭਾਰਤੀ ਰਾਸ਼ਟਰਵਾਦ ਦੇ ਜਨਕ ਦੇ ਰੂਪ ਵਿੱਚ ਵੀ ਅਗਰ ਕਿਸੇ ਨੂੰ ਮੰਨਿਆ ਜਾਂਦਾ ਹੈ ਤਾਂ ਉਹ ਰਾਜਾ ਰਾਮ ਮੋਹਨ ਰਾਏ ਨੇ। ਇਸ ਕਰਕੇ ਰਾਜਾ ਰਾਮ ਮੋਹਨ ਰਾਏ ਦੇ ਜੋ ਟਾਈਟਲ ਨੇ ਉਹ ਤੁਸੀਂ ਯਾਦ ਰੱਖਣੇ ਨੇ। ਆਧੁਨਿਕ ਭਾਰਤ ਦੇ ਪਿਤਾਮਾ, ਠੀਕ ਹੈ, ਨਵ ਜਾਗਰਣ ਦੇ ਅਗਰਦੂਤ ਅਤੇ ਭਾਰਤੀ ਰਾਸ਼ਟਰਵਾਦ ਦੇ ਜਨਕ, ਇਹ ਤਿੰਨੋਂ ਨਾਮ ਹੀ ਰਾਜਾ ਰਾਮ ਮੋਹਨ ਰਾਏ ਨੂੰ ਦਿੱਤੇ ਗਏ ਨੇ। ਰਾਜਾ ਰਾਮ ਮੋਹਨ ਰਾਏ ਦਾ ਜਨਮ 22 ਮਈ 1772 ਈਸਵੀ ਦੇ ਵਿੱਚ ਰਾਧਾ ਨਗਰ, ਹੁਗਲੀ, ਬੰਗਾਲ ਦੇ ਵਿੱਚ ਇਹ ਜਨਮ ਹੋਇਆ ਔਰ ਇਹਨਾਂ ਦੇ ਪਿਤਾ ਰਾਮਾਕਾਂਤ ਜੋ ਕਿ ਬੰਗਾਲ ਦੇ ਨਵਾਬ ਦੇ ਕੋਲ ਨੌਕਰੀ ਕਰਿਆ ਕਰਦੇ ਸਨ। ਬੰਗਾਲ ਦੇ ਨਵਾਬ ਦੇ ਦੁਆਰਾ ਹੀ ਰਾਮ ਮੋਹਨ ਨੂੰ ਰਾਇਆ ਦੀ ਉਪਾਧੀ ਜਿਹੜੀ ਸੀ ਉਹ ਦਿੱਤੀ ਗਈ ਸੀਗੀ। ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਰਾਇਆ ਦੀ ਉਪਾਧੀ ਜੋ ਦਿੱਤੀ ਗਈ ਹੈ ਉਹ ਕਿਸ ਨੇ ਦਿੱਤੀ ਸੀ? ਤਾਂ ਬੰਗਾਲ ਦੇ ਨਵਾਬ ਨੇ ਇਹ ਦਿੱਤੀ ਸੀਗੀ, ਠੀਕ ਹੈ ਜੀ। ਇਸ ਦੀ ਮੁੱਢਲੀ ਸਿੱਖਿਆ, ਮਤਲਬ ਰਾਜਾ ਰਾਮ ਮੋਹਨ ਰਾਏ ਜੀ ਦੀ ਜੋ ਮੁੱਢਲੀ ਸਿੱਖਿਆ ਸੀ ਇਹ ਵਾਰਾਣਸੀ ਅਤੇ ਬਿਹਾਰ ਤੋਂ ਪੂਰੀ ਹੋਈ ਔਰ ਇਹਨਾਂ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ, ਜਿਵੇਂ ਕਿ ਹਿੰਦੀ, ਫਾਰਸੀ, ਅਰਬੀ, ਸੰਸਕ੍ਰਿਤ ਤੋਂ ਇਲਾਵਾ ਵਿਦੇਸ਼ੀ ਭਾਸ਼ਾਵਾਂ ਦਾ ਵੀ ਗਿਆਨ ਸੀ, ਜਿਵੇਂ ਕਿ ਅੰਗਰੇਜ਼ੀ, ਫ੍ਰੈਂਚ, ਗ੍ਰੀਕ, ਲੈਟਿਨ ਅਤੇ ਹਿਬਰੂ। 1809 ਈਸਵੀ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਸੀ ਜੋ ਸੀ ਤੋਹਫਾਤ ਉਲ, ਇਸ ਨੂੰ ਇਸ ਤਰ੍ਹਾਂ ਯਾਦ ਕਰ ਸਕਦੇ ਹੋ, ਮੁਵਾਹੀਨ ਦੀਨ, ਠੀਕ ਹੈ, ਮੁਵਾਹੀਦੀਨ। ਤੋਹਫਾਤ ਉਲ ਮੁਵਾਹੀਦੀਨ ਨਾਮ ਦੀ ਜੋ ਇੱਕ ਕਿਤਾਬ ਹੈ ਇਹ ਪ੍ਰਕਾਸ਼ਿਤ ਕੀਤੀ ਰਾਜਾ ਰਾਮ ਮੋਹਨ ਰਾਏ ਨੇ ਔਰ ਇਸ ਕਿਤਾਬ ਵਿੱਚ ਹੀ ਇਹਨਾਂ ਨੇ ਇੱਕ ਈਸ਼ਵਰਵਾਦ ਤੇ ਜ਼ੋਰ ਦਿੱਤਾ। ਮਤਲਬ ਜੋ ਇੱਕ ਈਸ਼ਵਰਵਾਦ ਤੇ ਬਿਲੀਵ ਕਰਦੇ ਸੀ ਰਾਜਾ ਰਾਮ ਮੋਹਨ ਰਾਏ, ਇਹ ਜੋ ਲਿਖਿਆ ਗਿਆ ਇੱਕ ਈਸ਼ਵਰਵਾਦ ਦੇ ਲਈ ਉਹ ਇਹਨਾਂ ਨੇ ਇਸ ਕਿਤਾਬ ਦੇ ਵਿੱਚ ਲਿਖਿਆ ਸੀ ਔਰ ਇਹ ਮੂਰਤੀ ਪੂਜਾ ਦਾ ਵੀ ਖੰਡਨ ਕਰਦੇ ਸੀ ਔਰ ਇੱਥੋਂ ਤੱਕ ਕਿ ਇਹ ਸਮਾਜ ਦੇ ਵਿੱਚ ਜੋ ਬੁਰਾਈਆਂ ਸੀਗੀਆਂ ਉਹਨਾਂ ਦੇ ਲਈ ਵੀ ਇਹ, ਮਤਲਬ ਉਹਨਾਂ ਨੂੰ ਖਤਮ ਕਰਨ ਦੇ ਲਈ ਵੀ ਇਹ ਕਾਫੀ ਯਤਨਸ਼ੀਲ ਸੀਗੇ। 1814 ਈਸਵੀ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਦੁਆਰਾ ਆਤਮੀਆ ਸਭਾ ਦੀ ਸਥਾਪਨਾ ਕੀਤੀ ਗਈ। ਸਹਿਯੋਗੀ ਸੀਗੇ ਦੀਵਾਰਕਾ ਨਾਥ ਟੈਗੋਰ, ਮਤਲਬ ਦੀਵਾਰਕਾ ਨਾਥ ਟੈਗੋਰ ਦੇ ਨਾਲ ਮਿਲ ਕੇ ਹੀ ਇਹਨਾਂ ਨੇ ਆਤਮੀਆ ਸਭਾ ਦੀ ਸਥਾਪਨਾ ਕੀਤੀ ਸੀਗੀ। 1816 ਈਸਵੀ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਦੁਆਰਾ ਵੇਦਾਂਤ ਸੁਸਾਇਟੀ ਦੀ ਵੀ ਸਥਾਪਨਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤੋਂ ਬ੍ਰਹਮੋ ਸਮਾਜ ਤੋਂ ਇਲਾਵਾ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਸੁਸਾਇਟੀਆਂ ਦੀ ਸਥਾਪਨਾ ਕੀਤੀ, ਜਿਵੇਂ ਕਿ ਆਤਮੀਆ ਸਭਾ ਆਪਾਂ ਗੱਲ ਕਰ ਰਹੇ ਹਾਂ ਔਰ ਵੇਦਾਂਤ ਸੁਸਾਇਟੀ। 1817 ਈਸਵੀ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਦੁਆਰਾ ਕਲਕੱਤਾ ਦੇ ਵਿੱਚ ਹਿੰਦੂ ਕਾਲਜ ਦੀ ਸਥਾਪਨਾ ਕੀਤੀ ਗਈ ਔਰ 1821 ਈਸਵੀ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਦੁਆਰਾ ਸੰਵਾਦ ਕੌਮਦੀ ਨਾਮਕ ਇੱਕ ਅਖਬਾਰ ਪ੍ਰਕਾਸ਼ਿਤ ਕੀਤਾ ਗਿਆ ਸੀ ਜੋ ਕਿ ਬੰਗਾਲੀ ਦੇ ਵਿੱਚ ਛਪਦਾ ਸੀ। ਤਾਂ ਇਹ ਵੀ ਪੁਆਇੰਟ ਤੁਸੀਂ ਯਾਦ ਰੱਖਣਾ ਹੈਗਾ। 1822 ਈਸਵੀ ਦੇ ਵਿੱਚ ਮਿਰਾਤ ਉਲ ਅਖਬਾਰ ਫਾਰਸੀ ਭਾਸ਼ਾ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਅਤੇ 1825 ਈਸਵੀ ਦੇ ਵਿੱਚ ਇਹਨਾਂ ਦੁਆਰਾ ਕਲਕੱਤੇ ਵਿੱਚ ਵੇਦਾਂਤ ਕਾਲਜ ਦੀ ਵੀ ਸਥਾਪਨਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ। 20 ਅਗਸਤ 1828 ਈਸਵੀ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੁਆਰਾ ਹੀ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਗਈ ਸੀ। ਬ੍ਰਹਮੋ ਸਮਾਜ ਦੇ ਵਿੱਚ ਇਹਨਾਂ ਨੇ ਇੱਕ ਈਸ਼ਵਰਵਾਦ ਤੇ ਜ਼ੋਰ ਦਿੱਤਾ ਔਰ ਜੋ ਸਮਾਜ ਦੇ ਵਿੱਚ ਕੁਝ ਬੁਰਾਈਆਂ ਸੀਗੀਆਂ, ਮੂਰਤੀ ਪੂਜਾ ਦਾ ਖੰਡਨ ਕੀਤਾ, ਬਾਲ ਵਿਆਹ ਦਾ ਖੰਡਨ ਕੀਤਾ, ਬਾਲ ਬਲੀ ਦਾ ਖੰਡਨ ਕੀਤਾ,
ठीक है। और ਬਹੁ ਵਿਆਹ ਜਿਹੜੀ ਸੀ ਉਸ ਦੀ ਮਨਜ਼ੂਰੀ ਦਿੱਤੀ ਔਰ ਪਰਦਾ ਪ੍ਰਥਾ ਦਾ ਵੀ ਜਿਹੜਾ ਸੀਗਾ ਉਹ ਖੰਡਨ ਕੀਤਾ, ਇਸਤਰੀਆਂ ਦੀ ਸਿੱਖਿਆ ਤੇ ਵੀ ਜ਼ੋਰ ਦਿੱਤਾ ਸੀਗਾ। ਕਹਿੰਦੇ ਨੇ ਕਿ ਇਹਨਾਂ ਦੀ ਭਾਬੀ ਨੂੰ ਸਤੀ ਕੀਤਾ ਗਿਆ ਸੀ, ਜਿਸ ਕਰਕੇ ਇਹ ਸਤੀ ਪ੍ਰਥਾ ਦੇ ਬਹੁਤ ਜ਼ਿਆਦਾ ਖਿਲਾਫ ਸੀ। ਇਹ ਆਪਣੀ ਭਾਬੀ ਨੂੰ ਤਾਂ ਨਹੀਂ ਬਚਾ ਪਾਏ, ਲੇਕਿਨ ਇਹਨਾਂ ਨੇ ਸਤੀ ਪ੍ਰਥਾ ਦੇ ਵਿਰੁੱਧ ਇੱਕ ਮੁਹਿੰਮ ਚਲਾਈ ਔਰ 1829 ਵਿੱਚ ਰਾਜਾ ਰਾਮ ਮੋਹਨ ਰਾਏ ਨੇ ਲਾਰਡ ਵਿਲੀਅਮ ਬੈਂਟਿਕ ਦਾ ਸਾਥ ਦਿੱਤਾ ਅਤੇ ਲਾਰਡ ਵਿਲੀਅਮ ਬੈਂਟਿਕ ਦੇ ਦੁਆਰਾ ਹੀ 1829 ਈਸਵੀ ਦੇ ਵਿੱਚ ਸਤੀ ਪ੍ਰਥਾ ਨੂੰ ਕਾਨੂੰਨੀ ਤੌਰ ਤੇ ਬੰਦ ਕਰ ਦਿੱਤਾ। ਇਹਨਾਂ ਨੂੰ 1831 ਈਸਵੀ ਦੇ ਵਿੱਚ ਰਾਜਾ ਦਾ ਖਿਤਾਬ ਦਿੱਤਾ ਗਿਆ ਔਰ ਉਸ ਸਮੇਂ ਦੇ ਮੁਗਲ ਬਾਦਸ਼ਾਹ ਅਕਬਰ ਦੂਜਾ ਨੇ ਹੀ ਇਹਨਾਂ ਨੂੰ ਇਹ ਰਾਜਾ ਦਾ ਜਿਹੜਾ ਸੀ ਉਹ ਖਿਤਾਬ ਦਿੱਤਾ ਸੀਗਾ। ਔਰ ਇੱਥੇ ਤੁਸੀਂ ਯਾਦ ਰੱਖ ਸਕਦੇ ਹੋ ਕਿ ਅਕਬਰ ਦੂਜਾ ਦੇ ਇਹ ਆਪਣੇ ਦੂਤ ਬਣ ਕੇ ਜਿਹੜੇ ਹੈ ਉਹ ਫੋਰਨ ਗਏ ਸੀਗੇ। ਅਕਬਰ ਦੂਜਾ 1806 ਤੋਂ ਲੈ ਕੇ 1837 ਤੱਕ ਮੁਗਲ ਬਾਦਸ਼ਾਹ ਰਿਹਾ ਔਰ ਇਸ ਦੇ ਹੀ ਜਿਹੜੇ ਆ ਉਹ ਦੂਤ ਬਣੇ ਰਾਜਾ ਰਾਮ ਮੋਹਨ ਰਾਏ ਔਰ ਰਾਜਾ ਰਾਮ ਮੋਹਨ ਰਾਏ ਨੂੰ ਹੀ ਅਕਬਰ ਦੂਜਾ ਨੇ ਭੇਜਿਆ ਸੀ ਲੰਡਨ ਇੰਗਲੈਂਡ ਦੇ ਵਿੱਚ ਰਾਜਾ ਵਿਲੀਅਮ ਚੌਥਾ ਦੇ ਕੋਲੇ, ਤਾਂ ਜੋ ਅਕਬਰ ਦੂਜਾ ਦੀ ਪੈਨਸ਼ਨ ਜਿਹੜੀ ਹੈ ਉਹ ਇਨਕਰੀਜ਼ ਕੀਤੀ ਜਾ ਸਕੇ। ਆਈ ਥਿੰਕ ਇਹ ਸਲਾਈਡ ਤੁਹਾਨੂੰ ਸਮਝ ਆ ਗਈ ਹੋਏਗੀ। ਬ੍ਰਹਮੋ ਸਮਾਜ ਦਾ ਜੋ ਵਿਸਥਾਰ ਕੀਤਾ ਉਹ ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਬਾਅਦ ਦੋ ਵਿਅਕਤੀਆਂ ਨੇ ਬ੍ਰਹਮੋ ਸਮਾਜ ਨੂੰ ਅੱਗੇ ਵਧਾਇਆ। ਜੋ ਰਾਜਾ ਰਾਮ ਮੋਹਨ ਰਾਏ ਸੀ ਇਹਨਾਂ ਦੀ ਡੈਥ ਵੀ ਜੋ ਹੈ ਉਹ ਫੌਰਨ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਹੈ ਉਹ ਡੈਥ ਹੋ ਜਾਂਦੀ ਹੈ। और कहते हैं कि उस समय एक बिलीव सीगा कि अगर कोई फॉरन जाएगा और वो फॉरन तो वापस नहीं आएगा, तो इन्होंने एक चैलेंज किया सी राजा राम मोहन राय ने और ये क्या सीगा कि मैं फॉरन जा रहे हैं लेकिन मैं वापस आवांगा। लेकिन 1833 ईस्वी ਦੇ ਵਿੱਚ फॉरन ਦੇ ਵਿੱਚ ਹੀ ਬ੍ਰਿਸਟਲ ਦੇ ਵਿੱਚ ਹੀ ਇੰਗਲੈਂਡ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਉਹ ਡੈਥ ਹੋ ਜਾਂਦੀ ਹੈ। तो ये पॉइंट भी तुसी ऐड कर लेना है। और उस तो बाद ब्रह्मो समाज का विस्तार राजा राम मोहन राय की मौत तो बाद दो व्यक्तियों ने ब्रह्मो समाज ਨੂੰ ਅੱਗੇ ਵਧਾਇਆ। एक ਸੀਗੇ ਦੀਵਾਰਕਾ ਨਾਥ ਟੈਗੋਰ जिन्हों ठाकुर भी कहा जाता सी और रामचंद्र विद्या वगीश, ठीक है। तो ये दो व्यक्ति सीगे जिन्हों ने इस ब्रह्मो समाज ਨੂੰ ਅੱਗੇ इनक्रीज किया सी। 21 ਦਸੰਬਰ 1843 ईस्वी ਵਿੱਚ ब्रह्मो समाज की जो बागडोर सीगी वो दविंਦਰ नाथ टैगोर ठाकुर अपने हत्थों में लेंदे ने और दविंਦਰ नाथ टैगोर इन्हों ने कलकत्ता दे विच तत्वा रंजनी सभा की स्थापना भी की सीगी। तो इत्थे तत्वा रंजनी सभा भी तुसी याद रखनी है। 1839 विच ये तत्वा रंजनी सभा नूं ही तत्वा बोधनी सभा के नाम नाल जानिया गया सी। तत्वा बोधनी सभा के द्वारा ही एक मैगजीन प्रकाशित किया गया तत्वा बोधनी और जिसके मुख्य संपादक जिहड़े सीगे वो ईश्वर चंद विद्यासागर, अक्षय कुमार दत्त, राज नारायण बोस और राजेंद्र नाथ मित्तर रहे। विज्ञान और धर्म शास्त्र के लिए 1840 ईस्वी के विच तत्वा बोधनी सभा के द्वारा ही तत्वा बोधनी स्कूल की भी स्थापना जिहड़ी सी वो की गई सी। 1857 ईस्वी के विच ब्रह्मो समाज की अध्यक्षता दविंਦਰ नाथ टैगोर ने केशवानंद सैन ਨੂੰ सौंप दी और केशवानंद सैन के समय ही ब्रह्मो समाज ਦੀਆਂ जो शाखावां बंगाल के नाल नाल पंजाब, उत्तर प्रदेश, मद्रास ਅਤੇ ਬੰਬਈ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਫੈਲ
ਗਈਆਂ ਸਨ। ਇਹਨਾਂ ਦੀਆਂ ਲਗਭਗ ਕਹਿੰਦੇ ਨੇ ਕਿ 1865 ਤੱਕ ਇਹਨਾਂ ਦੀਆਂ ਜੋ ਪ੍ਰੋਪਰ ਸ਼ਾਖਾਵਾਂ ਬ੍ਰਹਮੋ ਸਮਾਜ ਦੀਆਂ ਜੋ ਸ਼ਾਖਾਵਾਂ ਸੀ ਉਹ 65 ਸ਼ਾਖਾਵਾਂ ਜਿਹੜੀਆਂ ਸੀਗੀਆਂ ਉਹ ਬੰਗਾਲ ਦੇ ਵਿੱਚ ਹੀ ਇਕੱਲੀਆਂ ਦੇਖਣ ਨੂੰ ਮਿਲਦੀਆਂ ਹੈਗੀਆਂ। ਤਾਂ ਇਹ ਬਹੁਤ ਜ਼ਿਆਦਾ ਬ੍ਰਹਮੋ ਸਮਾਜ ਨੇ ਆਪਣਾ ਵਿਸਥਾਰ ਜਿਹੜਾ ਸੀਗਾ ਉਹ ਕਰ ਲਿਆ ਸੀਗਾ। 1865 ਈਸਵੀ ਦੇ ਵਿੱਚ ਕੇਸ਼ਵਾ ਚੰਦਰ ਸੈਨ ਦਾ ਦਵਿੰਦਰਨਾਥ ਟੈਗੋਰ ਨਾਲ ਕੁਝ ਵਿਵਾਦ ਹੋ ਗਿਆ ਔਰ ਇਸ ਲਈ ਦਵਿੰਦਰਨਾਥ ਟੈਗੋਰ ਨੇ ਕੇਸ਼ਵਾ ਚੰਦਰ ਸੈਨ ਨੂੰ ਉਹਨਾਂ ਦੇ ਪਦ ਤੋਂ ਸੇਵਾ ਮੁਕਤ ਜਿਹੜਾ ਸੀਗਾ ਉਹ ਕਰਤਾ ਸੀਗਾ ਔਰ 1865 ਵਿੱਚ ਬ੍ਰਹਮੋ ਸਮਾਜ ਦੇ ਵਿੱਚ ਪਹਿਲੀ ਫੁੱਟ ਪਈ ਦਿਵਾਰਕਾਨਾਥ ਟੈਗੋਰ ਦੇ ਸੰਗਠਨ ਦੇ ਰੂਪ ਵਿੱਚ ਅਤੇ ਕੇਸ਼ਵਾਨੰਦ ਸੈਨ ਦੇ ਸੰਗਠਨ ਦੇ ਰੂਪ ਵਿੱਚ। ਦਵਿੰਦਰਨਾਥ ਟੈਗੋਰ ਦਾ ਜੋ ਸੰਗਠਨ ਸੀ ਉਸ ਨੂੰ ਬ੍ਰਹਮ ਸਮਾਜ ਦੇ ਨਾਂ ਨਾਲ ਜਾਣਿਆ ਗਿਆ ਔਰ ਜੋ ਕੇਸ਼ਵਾ ਚੰਦਰ ਸੈਨ ਦਾ ਸੰਗਠਨ ਸੀ ਉਸ ਨੂੰ ਆਦ ਬ੍ਰਹਮ ਸਮਾਜ ਦੇ ਨਾਂ ਨਾਲ ਜਾਣਿਆ ਗਿਆ। 1861 ਈਸਵੀ ਦੇ ਵਿੱਚ ਕੇਸ਼ਵਾ ਚੰਦਰ ਸੈਨ ਦੇ ਦੁਆਰਾ ਇੱਕ ਸਮਾਚਾਰ ਪੱਤਰ ਪ੍ਰਕਾਸ਼ਿਤ ਕੀਤਾ ਗਿਆ ਇੰਡੀਅਨ ਮਿਰਰ ਔਰ ਕੇਸ਼ਵਾ ਚੰਦਰ ਸੈਨ ਦੇ ਯਤਨਾਂ ਸਦਕਾ ਹੀ ਮਦਰਾਸ ਦੇ ਵਿੱਚ ਵੇਦ ਸਮਾਜ 1864 ਸ਼੍ਰੀ ਧਰਲੂ ਨਾਇਡੂ ਦੇ ਨਾਲ ਮਿਲ ਕੇ ਇਹਨਾਂ ਨੇ ਸਥਾਪਨਾ ਕੀਤੀ ਔਰ ਕੇਸ਼ਵਾ ਚੰਦਰ ਸੈਨ ਦੇ ਯਤਨਾਂ ਸਦਕਾ ਹੀ ਮਹਾਰਾਸ਼ਟਰ ਵਿੱਚ ਜੋ ਸੀ ਪ੍ਰਾਰਥਨਾ ਸਮਾਜ 31 ਮਾਰਚ 1867 ਚ ਆਤਮਾ ਰਾਮ ਪਾਂਡੂ ਰੰਗ ਨੇ ਇਹਨਾਂ ਦੀ ਸਥਾਪਨਾ ਜਿਹੜੀ ਸੀਗੀ ਉਹ ਕੀਤੀ ਸੀ। ਤਾਂ ਇਹ ਸੀਗਾ ਤੁਹਾਡਾ ਟੌਪਿਕ ਜਿਸ ਨੂੰ ਆਪਾਂ ਬ੍ਰਹਮੋ ਸਮਾਜ ਸੋਸ਼ਲ ਰਿਲੀਜੀਅਸ ਮੂਵਮੈਂਟ ਦੇ ਰੂਪ ਵਿੱਚ ਪੜ੍ਹਿਆ। ਤਾਂ ਥੈਂਕ ਯੂ।